पिछले साल देश की संसद वालों पास किए गए 3 खेती कानूनों खिलाफ ਵਿੱਢੇ गए संघर्ष दौरान सैकड़े किसानों की शहादत हुई है। इन्होंने शहीद किसानों की शहादत को सन्मान देने लई मुख मंत्री चरणजीत सिंह चन्नी की अगवाई वाली पंजाब सरकार ने किसान जथेबंदियों नाल गलबात करन उपरंत शहीद किसानों की यादगार बनाने का फैसला किया ते नाल एक मैमोरीअल इस संघर्ष के नाम से किसान यूनियन जिस तरह उसका नाम दसांगे ऐसी एक पंजाब दे विच ढुकवीं जगह ते बड़ा मैमोरीअल इस संघर्ष से, क्योंकि लोगों का संघर्ष है। आज़ादी तो बाद जे कोई बड़ा संघर्ष चलिया तो ये है, इसलिए ऐसी इस संघर्ष का एक मैमोरीअल पंजाब दे विच बनावांगे। सरकार ने इस यादगार नूं बनाउण लई जगह की खोज भी शुरू कर दी है। पंजाब सरकार ने किसान मोर्चे के शहीदों की याद में किसान मैमोरीअल बनाने का फैसला किया है, जो कि एक बहुत वधिया फैसला है। ਅਸੀਂ ਚੰਨੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ। ਅਸੀਂ ਧੰਨਵਾਦ ਕਰਦੇ ਹਾਂ ਚੰਨੀ ਸਰਕਾਰ ਦਾ, ਜਿਨ੍ਹਾਂ ਨੇ ਕਿ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਕਿਸਾਨ ਮੈਮੋਰੀਅਲ ਬਣਾਉਣ ਦਾ ਫੈਸਲਾ ਲਿਆ ਹੈ ਜੀ। ਬਹੁਤ ਬਹੁਤ ਧੰਨਵਾਦ। पंजाब सरकार ने जिथे एक पासे इन्हां किसानां दे परिवारक मैंबरां नूं सरकारी नौकरी ਅਤੇ 5 ਲੱਖ ਰੁਪਏ ਦੀ ਵਿੱਤੀ ਮਦਦ ਦੇ ਕੇ ਇਨ੍ਹਾਂ ਪਰਿਵਾਰਾਂ ਦੀ ਬਾਂਹ ਫੜੀ ਹੈ। ਇਸ ਦੇ ਨਾਲ ਹੀ ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾ ਕੇ ਇਹਨਾਂ ਦੀ ਯਾਦ ਨੂੰ ਅਮਰ ਕੀਤਾ ਹੈ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਅਸੀਂ ਇਸ ਵਕਤ ਖੜੇ ਹਾਂ ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈ। ਤਾਂ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਇੱਕ ਛੋਟਾ ਘਰ ਹੈ, ਪਰ ਇਸ ਘਰ ਦੇ ਅੰਦਰ ਕਾਰਜ ਬਹੁਤ ਵੱਡਾ ਹੋ ਰਿਹਾ। ਦਰਅਸਲ ਇਸ ਘਰ ਦੇ ਨੌਜਵਾਨ ਮਨਕੀਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕੀਤਾ ਜਾ ਰਿਹਾ। ਖਾਸ ਗੱਲ ਹੈ ਕਿ ਇਹ ਉਤਾਰਾ ਸੋਨੇ ਦੀ ਸਿਹਾਈ ਦੇ ਨਾਲ ਕੀਤਾ ਜਾ ਰਿਹਾ। ਤਾਂ ਆਓ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਗੱਲਬਾਤ। ਮਨਕੀਰਤ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਕੀਰਤ ਜੀ, ਜਿਸ ਤਰ੍ਹਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰ ਰਹੇ ਹੋ, ਕਦੋਂ ਤੋਂ ਉਤਾਰਾ ਕਰਨਾ ਸ਼ੁਰੂ ਕੀਤਾ ਸੀ ਤੇ ਹੁਣ ਇਹ ਕਾਰਜ ਕਿੱਥੇ ਕੁ ਪਹੁੰਚ ਚੁੱਕੇ? ਇਹ ਕਾਰਜ ਮੈਂ ਆਰੰਭ ਕੀਤਾ ਜਦੋਂ ਆਪਾਂ ਹੁਣ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ। ਉਦੋਂ ਮੈਂ ਸੋਚਿਆ ਵੀ ਮੈਂ ਗੁਰੂ ਸਾਹਿਬ ਦੇ ਲਈ ਕੁਝ ਵੱਖਰਾ ਕੁਝ ਕਰ ਲਈਏ, ਤੇ ਉਦੋਂ ਮੈਂ ਇਹ ਕਾਰਜ ਆਰੰਭ ਕੀਤਾ ਸੀ ਗੁਰੂ ਸਾਹਿਬ ਦੀ ਕਿਰਪਾ ਸਦਕਾ। ਤੇ ਹੁਣ ਕਰੀਬ 250 ਅੰਗ ਹੋ ਚੁੱਕੇ ਨੇ, ਸਮੇਤ ਤਤਕਰਾ ਮਿਲਾ ਕੇ ਤੇ ਵੱਧ ਹੋ ਚੁੱਕੇ ਨੇ। ਇਹ ਇੱਕ ਅੰਗ ਦੇ ਉੱਤੇ 19 ਲੈਣਾ ਹੁੰਦੀਆਂ ਨੇ ਜੀ। 19 ਲੈਣਾ ਨੂੰ ਪਹਿਲਾਂ ਮੈਂ ਪੈਨਸਲ ਦੇ ਨਾਲ ਲਿਖਣਾ ਪੈਂਦਾ, ਕਿਉਂਕਿ ਇਹਦੇ ਵਿੱਚ ਮਿਸਟੇਕ ਨਾ ਹੋਵੇ ਕੋਈ। ਜੀ ਬਿਲਕੁਲ ਬਰੀਕੀ ਵਾਲਾ ਕੰਮ ਆ, ਕਿਉਂਕਿ ਸਿਹਾਰੀ ਬਿਹਾਰੀ ਦਾ ਵੀ ਵੇਖਣਾ ਪੈਂਦਾ। ਸਾਰਾ ਕੁਝ ਔਂਕੜ ਦਲੈਂਕਰ ਕੱਲੀ ਚੀਜ਼ ਵੇਖ ਕੇ ਲਿਖਣੀ ਪੈਂਦੀ ਹੈ। ਬਾਕੀ ਉਹ ਵੀ ਪੂਰੇ ਦਾ ਪੂਰਾ ਫਰੇਮ ਇੱਦਾਂ ਜੀ ਵੀ ਇੱਧਰ ਅੱਖਰ ਵੱਧ ਨਾ ਆਵੇ ਘੱਟ ਨਾ ਆਵੇ, ਕਿਉਂਕਿ ਜੇ ਇੱਥੋਂ ਥਾਂ ਬਚ ਜਾਏਗੀ ਜਾਂ ਇੱਥੋਂ ਥਾਂ ਬਚ ਜਾਣੀ ਹੈ ਮਹਾਰਾਜ ਦੇ ਸਰੂਪ ਦੇ ਅੰਗ ਦੀ, ਫਿਰ ਇਹ ਪਦ ਛੇਦ ਹੋ ਜਾਣਾ ਜੀ। ਲੜੀਵਾੜ ਨਹੀਂ ਰਹਿਣਾ, ਕਿਉਂਕਿ ਜੇ ਇੱਥੋਂ ਖਤਮ ਹੁੰਦੀ ਹੈ ਤਾਂ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ। ਤਾਂ ਵੱਡੀ ਗੱਲ, ਤੁਸੀਂ ਲੜੀਵਾਰ ਜਿਹੜਾ ਲਿਖ ਰਹੇ ਹੋ, ਪਦ ਛੇਦ ਨਹੀਂ ਲਿਖ ਰਹੇ। ਤਾਂ ਦਰਸ਼ਕਾਂ ਨੂੰ ਇਸ ਦੇ ਵਿੱਚ ਅੰਤਰ ਵੀ ਦੱਸੋ ਤੇ ਇਹ ਵੀ ਦੱਸੋ ਕਿ ਲੜੀਵਾਰ ਹੀ ਲਿਖਣਾ ਚਾਹੀਦਾ। ਹਾਲਾਂਕਿ ਅੱਜ ਪ੍ਰਿੰਟਿੰਗ ਪ੍ਰੈਸਾਂ ਦਾ ਜ਼ਮਾਨਾ। ਜਦੋਂ ਕਿਸੇ ਚੀਜ਼ ਨੂੰ ਸੌਖਾ ਕਰਕੇ ਅਸੀਂ ਪਰੋਸ ਦਿੰਦੇ ਹਾਂ ਜੀ ਤਾਂ ਉਹਦੀ ਕੀਮਤ ਘਟ ਜਾਂਦੀ ਹੈ। ਹਾਂ ਚਲੋ ਵੀ ਗੁਰੂ ਸਾਹਿਬ ਦੀ ਬਾਣੀ ਦੀ ਕੀਮਤ ਕਦੇ ਵੀ ਨਹੀਂ ਘਟ ਸਕਦੀ, ਪਰ ਅੱਜ ਆਪਾਂ ਦੇਖ ਰਹੇ ਹਾਂ ਨਗਰਾਂ ਦੇ ਵਿੱਚ ਬਹੁਤੇ ਗ੍ਰੰਥੀ ਸਿੰਘ ਇਹੋ ਜਿਹੇ ਨੇ ਜਿਹੜੇ 5 ਪੜ੍ਹ ਕੇ ਗੁਰਦੁਆਰੇ ਕੀ ਗ੍ਰੰਥੀ ਸਿੰਘ ਲੱਗ ਜਾਂਦੇ ਨੇ। ਚਲੋ ਰੁਜ਼ਗਾਰ ਕਮਾਉਂਦੇ ਨੇ, ਆਪਣੇ ਆਪਾਂ ਗਲਤ ਨਹੀਂ ਕਹਿੰਦੇ, ਪਰ ਫਿਰ ਵੀ ਜੇ ਉਹ ਹੀ ਇਹ ਲੜੀਵਾਰ ਸਰੂਪ ਉਹਨਾਂ ਨੂੰ ਕਹਿ ਦਿੱਤਾ ਜਾਵੇ ਪੜ੍ਹਨ ਨੂੰ, ਉਹ ਪੜ੍ਹ ਨਹੀਂ ਸਕਣਗੇ। ਕਾਰਨ ਇਹ ਕਿਉਂਕਿ ਉਹ ਕਿਸੇ ਤੋਂ ਸਿੱਖੇ ਨਹੀਂ ਹੁੰਦੇ ਬਾਣੀ ਪੜ੍ਹਨੀ। ਉਹ ਫਿਰ ਕੀ ਕਰਦੇ ਨੇ, ਬਹੁਤੀਆਂ ਔਂਕੜਾਂ ਦਲੈਂਕੜਾਂ ਜਾਂ ਬਾਣੀ ਦਾ ਉਚਾਰਨ ਗਲਤ ਕਰ ਦਿੰਦੇ। ਸੰਥਿਆ ਨਹੀਂ ਲਈ ਹੁੰਦੀ ਤੇ ਫਿਰ ਉਹ ਪ੍ਰਚਾਰ ਵੀ ਆਪਣੇ ਸਮਝ ਦੇ ਨਾਲ ਕਰ ਦਿੰਦੇ ਨੇ। ਜੋ ਤੁਹਾਡੀ ਫੈਮਿਲੀ ਉਹ ਹਿੰਦੂ ਫੈਮਿਲੀ ਆ, ਤੁਸੀਂ ਸਿੱਖ ਧਰਮ ਜਿਹੜਾ ਉਸ ਨੂੰ ਅਡਾਪਟ ਕੀਤਾ, ਉਸ ਨੂੰ ਕਬੂਲ ਲਿਆ, ਤੇ ਉਸ ਤੋਂ ਬਾਅਦ ਇਹ ਸਬੱਬ ਕਿਵੇਂ ਬਣਿਆ ਤੁਸੀਂ ਜਿਹੜੇ ਸਿੱਖ ਧਰਮ ਨੂੰ ਅਡਾਪਟ ਕੀਤਾ? ਇਹ ਸਬੱਬ ਇਸ ਤਰ੍ਹਾਂ ਬਣਿਆ ਵੀ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਮੈਨੂੰ ਪ੍ਰੇਮ ਸੀ। ਚੰਗੀ ਲੱਗਣੀ ਕੋਈ ਚੀਜ਼, ਪਰ ਪਤਾ ਨਾ ਹੋਣਾ ਉਸ ਚੀਜ਼ ਬਾਰੇ। ਬਿਲਕੁਲ ਜਿਸ ਤਰ੍ਹਾਂ ਕਹਿ ਦਈਏ ਵੀ ਕਿਸੇ ਨੇ ਸ਼ਿਮਲਾ ਸੁਣਿਆ ਹੋਵੇ ਵੀ ਸ਼ਿਮਲਾ ਸ਼ਹਿਰ ਹੈ, ਪਰ ਗਿਆ ਨਾ ਹੋਵੇ, ਚੰਗਾ ਲੱਗਣਾ। ਇਸੇ ਤਰ੍ਹਾਂ ਮੈਨੂੰ ਸਮਝ ਸੀ
ਵੀ ਬਾਣੀ ਬੜੀ ਚੰਗੀ ਹੈ, ਸੁਣਨ ਨੂੰ ਸੋਹਣੀ ਲੱਗਦੀ ਹੈ, ਕੰਨਾਂ ਨੂੰ ਚੰਗੀ ਲੱਗਦੀ ਹੈ, ਕਬੀਰ ਸਾਹਿਬ ਦੇ ਵਚਨ ਬੋਲੇ ਜਾਣੇ ਤੇ ਮੇਰੇ ਮਨ ਨੂੰ ਬੜਾ ਪ੍ਰਭਾਵਿਤ ਕਰਨਾ ਉਹਨਾਂ ਨੇ। ਉੱਥੋਂ ਹੀ ਫਿਰ ਮੈਂ ਬਾਣੀ ਸੁਣਨੀ ਸ਼ੁਰੂ ਕਰ ਦਿੱਤੀ, ਮਨ ਬੜਾ ਟਿਕਾ ਦੇ ਵਿੱਚ ਆਉਣਾ। ਫਿਰ ਹੌਲੀ ਹੌਲੀ ਕਰਕੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ, ਸੰਗੀਤ ਨਾਲ ਪ੍ਰੇਮ ਸੀ। ਗੁਰਦੁਆਰਾ ਸਾਹਿਬ ਦੇ ਵਿੱਚ ਤਬਲਾ ਸਿੱਖਣਾ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕੇਸ ਰੱਖ ਲੈ, ਕੇਸ ਰੱਖ ਲਏ। ਉਹ ਇਸੇ ਤਰ੍ਹਾਂ ਸ਼ੁਰੂਆਤ ਹੁੰਦੀ ਵੀ ਕਹਿੰਦੇ ਵੀ ਸਾਰੇ ਕਾਰਜ ਗੁਰੂ ਸਾਹਿਬ ਨੇ ਕੋਈ ਨਾ ਕੋਈ ਵਿਧ ਬਣਾ ਕੇ ਆਪਣੇ ਨਾਲ ਜੋੜ ਲਿਆ। ਮਨਕੀਰਤ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪ੍ਰਿੰਟਿੰਗ ਪ੍ਰੈਸ ਦਾ ਜ਼ਮਾਨਾ, ਤਾਂ ਫਿਰ ਤੁਹਾਡੇ ਕਹਿੰਦਾ ਕਿਵੇਂ ਜ਼ਿਹਨ 'ਚ ਆਇਆ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕੀਤਾ ਜਾਵੇ, ਹੱਥ ਲਿਖਤ ਕੀਤਾ ਜਾਵੇ? ਖਾਸ ਗੱਲ ਆ ਜੋ ਸੋਨੇ ਦੀ ਜਿਹੜੀ ਸਿਆਹੀ ਆ ਉਸ ਦੀ ਵਰਤੋਂ ਜਿਹੜੀ ਤੁਸੀਂ ਕਰ ਰਹੇ ਹੋ, ਕੁਦਰਤੀ ਜਿਹੜੀਆਂ ਚੀਜ਼ਾਂ ਉਹ ਵੀ ਇਸ ਦੇ ਵਿੱਚ ਵਰਤੀਆਂ ਜਾ ਰਹੀਆਂ। ਖਿਮਾ ਕਰਿਓ, ਸੰਗਤ ਵੀ ਮਾਫ ਕਰੇ ਵੀ ਕਦੇ ਗੁਰੂ ਪ੍ਰੈਸਾਂ ਦੇ ਉੱਤੇ ਛਪਦੇ ਨਹੀਂ ਹੁੰਦੇ, ਕਿਤਾਬਾਂ ਛਪਦੀਆਂ ਨੇ, ਗੁਰੂ ਨਹੀਂ ਛਪਦੇ। ਅਸੀਂ ਹਾਜ਼ਰ ਨਾਜ਼ਰ ਗੁਰੂ ਸਮਝਦੇ ਹਾਂ ਜੀ, ਤੇ ਹਾਜ਼ਰ ਨਾਜ਼ਰ ਗੁਰੂ ਦੀ ਹੱਥੀ ਸੇਵਾ ਕਰਨੀ ਚਾਹੀਦੀ। ਸਾਡਾ ਹੁਣ ਹੋ ਚੁੱਕਿਆ, ਮਰਿਆਦਾ ਬਣ ਚੁੱਕੀ ਹੈ, ਜੋ ਮਰਜ਼ੀ ਹੈ, ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ। ਜੋ ਛਾਪ ਰਹੇ ਨੇ ਚਲੋ ਉਹ ਵੀ ਠੀਕ ਹੈ, ਪਰ ਗੁਰੂ ਸਾਹਿਬ ਦੀ ਸੇਵਾ ਜਿੰਨੀ ਹੱਥ ਨਾਲ ਕੀਤੀ ਜਾਵੇਗੀ ਉਨੀ ਵਧੀਆ, ਕਿਉਂਕਿ ਭਾਵਨਾ ਬਣੇਗੀ। ਬਿਲਕੁਲ। ਦੇਖੋ ਭਾਈ ਸਾਹਿਬ, ਆਪ ਦੇਖ ਰਹੇ ਹੋ ਚੰਦੋਆ ਲੱਗਿਆ ਸਪੈਸ਼ਲ ਗੁਰੂ ਸਾਹਿਬ ਦੇ ਉੱਤੇ, ਤੇ ਮਰ ਦੇ ਅੰਗਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਸਾਰਾ ਕੁਝ ਮਤਲਬ ਸਮੇਟ ਕੇ ਕੱਲਾ ਕੱਲਾ ਅੰਗ ਬੜੇ ਪ੍ਰੇਮ ਨਾਲ, ਸ਼ਬਦ ਕੱਲਾ ਪ੍ਰੇਮ ਨਾਲ ਲਿਖਿਆ ਜਾਂਦਾ ਹੈ। ਇਹ ਭਾਵਨਾ ਹੱਥ ਲਿਖਤ ਤੋਂ ਬਿਨਾਂ ਆ ਹੀ ਨਹੀਂ ਸਕਦੀ ਜੀ। ਤੇ ਇਹ ਸਰੂਪ ਸਦੀਆਂ ਤੱਕ ਰਹਿਣਗੇ। ਪ੍ਰੈਸ ਵਾਲੇ ਸਰੂਪ ਨੇ 40-50 ਸਾਲ ਰਹਿਣਾ ਹੈ। ਫਰਕ ਹੈ ਦੋਨਾਂ ਚੀਜ਼ਾਂ ਦੇ ਵਿੱਚ। ਤਾਂ ਮਨਕੀਰਤ ਜੀ, ਜਿਹੜਾ ਪੇਪਰ ਦੀ ਤੁਸੀਂ ਵਰਤੋਂ ਕਰਦੇ ਹੋ ਅੰਗਾਂ ਲਈ, ਇਸ ਦੇ ਬਾਰੇ ਵੀ ਜ਼ਰੂਰ ਦੱਸੋ। ਇਹ ਵੀਰ ਜੀ, ਇਹ ਹੈਂਡਮੇਡ ਪੇਪਰ ਹੈ ਜੀ, ਹੱਥ ਨਾਲ ਤਿਆਰ ਕੀਤਾ ਗਿਆ। ਇਹ ਕਰੀਬ 80-90 ਰੁਪਏ ਦੀ, 100 ਰੁਪਏ ਦੀ ਸੀਟ ਪੈ ਜਾਂਦੀ ਇੱਕ। ਇਹ ਸਾਰੇ ਦਾ ਸਾਰਾ ਮਤਲਬ ਆਪਾਂ ਜੈਪੁਰ ਤੋਂ ਮੰਗਵਾਉਂਦੇ ਆ, ਤਿਆਰ ਹੁੰਦਾ ਹੈ ਉੱਥੇ। ਤੇ ਇਹ ਇਹੋ ਜਿਹੇ ਅੰਗ ਹੁੰਦੇ ਨੇ ਵੀ ਇਹਨਾਂ ਨੂੰ ਪਾਣੀ ਦੇ ਵਿੱਚ ਸਿੱਟ ਦਈਏ, ਇਹ ਗਲਦੇ ਨਹੀਂ ਜੀ, ਕਿਉਂਕਿ ਇਹ ਪਾਣੀ ਦੇ ਵਿੱਚ ਗਲਣ ਤੋਂ ਬਾਅਦ ਹੀ ਤਿਆਰ ਹੁੰਦੇ ਆ। ਇਹ ਜੇ ਇਹਨੂੰ ਪਾਣੀ ਦੇ ਵਿੱਚ ਸਿੱਟ ਦੇਵਾਂਗੇ, ਪਾਣੀ ਦੇ ਵਿੱਚ ਸਿੱਟਣ ਤੋਂ ਬਾਅਦ ਇਹਨੂੰ ਬਾਹਰ ਕੱਢਾਂਗੇ 5-4-10 ਦਿਨਾਂ ਬਾਅਦ ਵੀ ਇਹਨੇ ਘੁਲਣਾ ਨਹੀਂ, ਉਦਾਂ ਹੀ ਸੁੱਕ ਕੇ ਫਿਰ ਉਦਾਂ ਦਾ ਹੋ ਜਾਣਾ। ਇਹਦੀ ਇਹ ਮਹਾਨਤਾ ਹੈ ਵੀ ਇਹ ਖਰਾਬ ਨਹੀਂ ਹੁੰਦੇ। ਹੁਣ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜੋ ਸੋਨੇ ਦੀ ਸਿਆਹੀ ਆ ਉਹ ਤਿਆਰ ਕੀਤੀ ਜਾਂਦੀ ਹੈ। ਇਹ ਪੁਰਾਤਨ ਸ਼ਾਹੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਹੁਣ ਤੁਹਾਡੇ ਵੱਲੋਂ। ਹਾਂਜੀ। ਤੇ ਇਹਦੇ ਵਿੱਚ ਕੀ ਕੁਝ ਉਹ ਪਾਇਆ ਜਾਂਦਾ? ਵੀਰ ਜੀ, ਮੈਂ ਤੁਹਾਨੂੰ ਇਹ ਪਾ ਕੇ ਦਿਖਾ ਰਿਹਾ ਸਾਰਾ ਕੁਝ। ਇਹ ਤੋਂ ਪਹਿਲਾਂ ਇਹਦੇ ਵਿੱਚ ਮੈਂ ਚੀਜ਼ਾਂ ਪਾ ਚੁੱਕਿਆ, ਜਿਹੜੀਆਂ ਚੀਜ਼ਾਂ ਮੈਨੂੰ ਘੋਲ ਕੇ ਰੱਖਣੀਆਂ ਪੈਂਦੀਆਂ ਨੇ। ਇੱਕ ਗੂੰਦ ਹੈ ਟਿੱਕਰ ਦੀ, ਉਹਨੂੰ ਆਪਾਂ 2 ਸ਼ਰਸ਼ਾਈਆਂ ਪਾਉਂਦੇ ਆ। 2 ਸ਼ਰਸ਼ਾਈ ਪੁਰਾਣੇ ਸਮੇਂ ਦੇ ਵਿੱਚ ਸ਼ਰਸ਼ਾਈਆਂ, ਇੱਕ ਸ਼ਰਸ਼ਾਈ ਦਾ ਹੁੰਦੇ ਸੀ 2 ਮਰਲੇ, ਜ਼ਮੀਨਾਂ ਦੇ ਵਿੱਚ ਮਿਣੇ ਜਾਂਦੇ ਹੁੰਦੇ ਸੀ। ਤੇ ਪਰ ਉਹ ਪੁਰਾਤਨ ਸਮੇਂ ਦੇ ਵਿੱਚ ਜੇ ਵਜਨ ਨੂੰ ਕਰਨਾ ਹੁੰਦਾ ਸੀ, ਕਿਸੇ ਭੇਦ ਨੂੰ ਰੱਖਣ ਵਾਸਤੇ, ਤਾਂ ਉਹ ਸ਼ਰਸ਼ਾਈ ਬੋਲ ਕੇ ਰੱਖਦੇ ਹੁੰਦੇ ਸੀ। ਇੱਕ ਸ਼ਰਸ਼ਾਈ ਦੇ ਵਿੱਚ 2 ਤੋਲੇ ਵਜਨ ਹੁੰਦਾ ਤੇ 2 ਸ਼ਰਸ਼ਾਈਆਂ, ਮਤਲਬ 2 ਸ਼ਰਸ਼ਾਈਆਂ ਦੇ ਵਿੱਚ 2 ਤੋਲੇ ਵਜਨ ਹੋਊਗਾ, ਉਹ 4 ਤੋਲੇ ਹੋਊਗਾ। ਉਹਦੇ ਵਿੱਚ ਇਹਦੇ ਵਿੱਚ ਮੈਂ 1 ਸ਼ਰਸ਼ਾਈ ਤੇ 2 ਸ਼ਰਸ਼ਾਈਆਂ ਦੇ ਜਿਹੜੇ ਵਜ਼ਨ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ। ਇੱਕ ਤਾਂ ਬੋਲ ਨੇ ਉਹ 2 ਸ਼ਰਸ਼ਾਈ ਇਹਦੇ ਵਿੱਚ ਪਾਇਆ। ਬੋਲ ਇੱਕ ਗੂੰਦ ਹੁੰਦੀ ਹੈ ਜੀ, ਜਿਹਨੂੰ ਬੰਨਣ ਦੇ ਵਾਸਤੇ ਲਾਇਆ ਜਾਂਦਾ ਵੀ ਕੋਈ ਚੀਜ਼ ਫੈਲਾ ਦੇ ਵਿੱਚ ਨਾ ਆਵੇ। ਉਹ ਆਯੁਰਵੇਦ ਦੇ ਵਿੱਚ ਜਿਵੇਂ ਕਿਸੇ ਨੂੰ ਖੂਨ ਨਹੀਂ ਰੁਕਦਾ ਜਾਂ ਹੋਰ ਚੀਜ਼ਾਂ ਨੇ, ਉਹਨਾਂ ਦੇ ਵਿੱਚ ਵਰਤਦੇ ਨੇ। ਉਹ ਫਿਰ ਸ਼ਾਹੀ ਦੇ ਵਿੱਚ ਵੀ ਅਸੀਂ ਤਾਂ ਵਰਤਦੇ ਹਾਂ ਵੀ ਇਹ ਜਿਹੜੇ ਸ਼ਾਹੀ ਆ, ਕਾਗਜ਼ ਦੇ ਉੱਤੇ ਸ਼ਾਹੀ ਜਿਹੜਾ ਪਾਣੀ ਕਰਕੇ ਫੈਲ ਜਾਂਦੀ ਹੈ, ਉਹ ਫੈਲੇ ਨਾ। ਦੂਸਰੀ ਇਹਦੇ ਵਿੱਚ ਪਾਈ ਹੁੰਦੀ ਹੈ ਕਿੱਕਰ ਦੀ ਗੂੰਦ, ਉਹ ਵੀ ਸਰਸ਼ਾਈ 2, ਵਜ਼ਨ ਇੱਕ ਹੋ ਜਾਏ। ਫਿਰ ਇਹ 1 ਰੱਤੀ ਸੋਨਾ, ਜਿਸ ਤਰ੍ਹਾਂ ਜਿਹਨੂੰ ਕਹਿੰਦੇ ਨੇ ਗੋਲਡ ਦੀ ਸ਼ਾਹੀ, ਇਹ 1 ਰੱਤੀ ਸੋਨਾ। ਮੈਂ ਚਾਹੂੰਗਾ ਤੁਸੀਂ ਥੋੜਾ ਹੱਥ ਇੱਧਰ ਕਰਕੇ ਦਿਖਾਓ ਤਾਂ ਜੋ ਪਤਾ ਲੱਗੇ 1 ਰੱਤੀ ਸੋਨਾ ਜਿਹੜਾ ਉਹ ਇਸ ਦੇ ਵਿੱਚ ਮਿਕਸ ਕੀਤਾ ਜਾਊਗਾ। ਹੁਣ ਤੱਕ ਕਿੰਨੇ ਰੱਤੀ ਜਿਹੜਾ ਸੋਨਾ ਤੁਸੀਂ ਇਸਤੇਮਾਲ ਕਰ ਚੁੱਕੇ ਹੋ? ਮੈਨੂੰ ਹਰ
20 ਦਿਨਾਂ ਬਾਅਦ ਇੱਕ ਸ਼ਾਹੀ ਬਣਾਉਣੀ ਪੈਂਦੀ ਹੈ। ਜੀ। ਸਾਲ ਦੇ ਵਿੱਚ ਤੁਸੀਂ ਅਨੁਮਾਨ ਲਗਾ ਲਓ ਵੀ ਕਿੰਨਾ ਕੁ ਲੱਗਦਾ। ਫਿਰ ਹੁਣ ਤੱਕ ਖਰਚ ਵੀ ਬਹੁਤ ਹੋ ਗਿਆ, ਹੁਣ ਘਰ ਦੇ ਹਾਲਾਤ ਵੇਖਿਆ ਤੁਹਾਡੇ, ਤੇ ਸੋਨਾ ਜਿਹੜਾ ਉਹ ਵਰਤਿਆ ਜਾ ਰਿਹਾ ਤੁਹਾਡੇ ਵੱਲੋਂ। ਹਾਂਜੀ, ਇਹ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਵੀ ਜਿਹੜਾ ਇਹ ਸਾਰਾ ਕੁਝ ਕਾਰਜ ਹੋ ਰਿਹਾ। ਤੇ ਬਾਕੀ ਉਹ ਹੈ ਵੀ ਵੀਰ ਜੀ, ਪਹਿਲਾਂ ਮੈਂ ਆਪ ਜੀ ਜਾਣਦੇ ਹੋ ਵੀ ਸਕੂਲ ਦੇ ਵਿੱਚ ਪੜਾਉਂਦਾ ਸੀ, ਉੱਥੋਂ ਦੀ ਜਿਹੜੀ ਤਨਖਾਹ ਸੀ ਜਾਂ ਕੁਝ ਵੀ ਸੀ ਉਹ ਵੀ ਮੈਂ ਗੁਰੂ ਸਾਹਿਬ ਦੇ ਉੱਤੇ ਮਤਲਬ ਸੇਵਾ ਦੇ ਉੱਤੇ ਲੱਗਦੀ ਸੀ, ਕਿਉਂਕਿ ਗੁਰੂ ਸਾਹਿਬ ਦੀ ਚੀਜ਼ ਸੀ। ਚਲੋ ਗੁਰੂ ਸਾਹਿਬ ਦੇ ਲਾ ਦਿੰਦੇ ਸੀ, ਵਿੱਚ ਆਪਣਾ ਤਾਂ ਕੁਝ ਨਹੀਂ। ਹੁਣ ਮੈਂ ਮੁਨੀਮੀ ਕਰ ਰਿਹਾ ਇੱਥੇ ਮੰਡੀ ਦੇ ਵਿੱਚ ਆੜਤ ਦੇ ਉੱਤੇ, ਸਬਜ਼ੀ ਦੀ ਆੜਤ ਦੇ ਉੱਤੇ, ਉੱਥੇ ਵੀ ਮੈਂ ਮਤਲਬ ਉਹ ਵੀ ਸੇਵਾ ਮਹਾਰਾਜ ਦੀ ਸੇਵਾ ਦੇ ਉੱਤੇ ਲੱਗਦੀ ਹੈ। ਸੋਨਾ ਲਿਆਉਣਾ ਹੈ, ਜਿਸ ਤਰ੍ਹਾਂ ਚਾਂਦੀ ਲਿਆਉਣੀ ਹੈ ਮਹਾਰਾਜ ਦੇ ਵਾਸਤੇ। ਚਾਂਦੀ ਉਹ ਮੈਂ ਇਸ ਕਰਕੇ ਲਿਆਉਣਾ ਵੀ ਉਹ ਸਾਈਡ ਦੇ ਉੱਤੇ ਜਿਹੜੀ ਮੀਨਾਕਾਰੀ ਹੋਣੀ ਨੇ ਉਹ ਚਾਂਦੀ ਦੀ ਕਰਨੀ ਆਪਾਂ ਜੀ, ਤੇ ਉਹ ਇਸ ਕਰਕੇ ਲਿਆਉਣੇ ਆ। ਇਹ ਸੋਨਾ ਇਹਦੇ ਵਿੱਚ ਫਿਰ ਹੋਰ ਪੈਂਦਾ ਹੈ ਵਿਜੇ ਸਾਰ ਦਾ ਪਾਣੀ। ਆ ਦੇਖੋ ਜੀ, ਆ ਵਿਜੇ ਸਾਰ ਹੈ, ਇਹ ਵਿਜੇ ਸਾਰ ਦੀ ਲੱਕੜ ਕਹਿੰਦੇ ਨੇ ਇਹਨੂੰ ਜੀ। ਇਹ ਮੈਂ ਭਿਉਂ ਕੇ ਰੱਖੀ ਵੀ, ਇਹਨੂੰ ਵਿਜੇ ਸਾਰ ਦਾ ਪਾਣੀ ਹੈ। ਬਰਾਊਨ ਕਲਰ ਦਾ ਪਾਣੀ ਹੁੰਦਾ ਹੈ ਜੀ। ਜਦੋਂ ਤਾਂ ਦੇਖ ਸਕਦੇ ਹੋ ਕਿ ਬਰਾਊਨ ਕਲਰ ਦਾ ਪਾਣੀ ਹੈ, ਜਿਸ ਤਰ੍ਹਾਂ ਇਹ ਲੱਕੜ ਦਾ ਨਾਮ ਦੱਸ ਰਹੇ ਨੇ। ਤਾਂ ਫਿਰ ਇਹ ਜਿਹੜਾ ਸਮਾਨ ਜਿਹੜਾ ਈਜ਼ੀਲੀ ਮਿਲ ਜਾਂਦਾ, ਸੌਖੇ ਤਰੀਕੇ ਨਾਲ ਮਿਲ ਜਾਂਦਾ। ਕਿੱਕਰ ਦੀ ਗੂੰਦ ਦੀ ਗੱਲ ਕੀਤੀ ਤੁਸੀਂ, ਅੱਜ ਕੱਲ ਤਾਂ ਮੈਨੂੰ ਲੱਗਦਾ ਕਿੱਕਰ ਹੀ ਨਹੀਂ ਰਹਿੰਦਾ, ਗੂੰਦ ਤਾਂ ਦੂਰ ਦੀ ਗੱਲ ਆ। ਉਸ ਤੋਂ ਬਾਅਦ ਮਿਲ ਤੇ ਜਾਂਦਾ ਹੈ, ਪਰ ਹੁਣ ਜਿਵੇਂ ਹੁਣ ਔਖ ਵੀ ਆਉਂਦੀ ਹੈ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਕਿੱਕਰ ਦੀ ਗੂੰਦ, ਉਸ ਗੂੰਦ ਦਾ ਤੇ ਇਸ ਦੇਸੀ ਗੂੰਦ ਦਾ ਫਰਕ ਬਹੁਤ ਹੁੰਦਾ ਹੈ। ਇੱਕ ਪੱਕੀ ਵੀ ਗੂੰਦ ਹੁੰਦੀ ਹੈ, ਇੱਕ ਕੱਚੀ ਗੂੰਦ। ਇਹ ਜਿਹੜੀ ਆਮ ਸਾਨੂੰ ਕਰਿਆਨਾ ਜਾਂ ਕਿਸੇ ਹੋਰ ਤੋਂ ਪੰਸਾਰੀ ਵਾਲੇ ਤੋਂ ਮਿਲਦੀ, ਉਹ ਕੱਚੀ ਗੂੰਦ ਮਿਲਦੀ ਹੈ। ਉਸ ਗੂੰਦ ਦਾ ਇਹਦੇ ਵਿੱਚ ਕੰਮ ਨਹੀਂ ਆਉਂਦਾ। ਇਸ ਕਰਕੇ ਮੈਨੂੰ ਫਿਰ ਕਰੀਬ ਆਏ ਆ ਵੀ ਕਹਿ ਦਈਏ ਵੀ 4-5 ਘੰਟੇ ਦਾ ਕਿੱਕਰ ਦੀ ਗੂੰਦ ਲੱਭਣ ਤੇ ਲੱਗ ਜਾਂਦੇ ਨੇ, ਕਿਉਂਕਿ ਨੇੜੇ ਤੇੜੇ ਤੇ ਕਿਤੇ ਕਿੱਕਰਾਂ ਨਹੀਂ ਹੈਗੀ। ਤੇ ਉਹਨਾਂ ਨੂੰ ਪੱਟਣਾ, ਫਿਰ ਉਹਨਾਂ ਨੂੰ ਉਸ ਕਿੱਕਰ ਨੂੰ ਉਹਦੇ ਵਿੱਚ ਛਿਲਕੇ ਹੁੰਦੇ ਨੇ ਬਰੀਕ ਉਹਨੂੰ ਸਾਫ਼ ਕਰਨਾ ਕਾਫੀ ਸਮਾਂ ਲੱਗ ਜਾਂਦਾ ਹੈ। ਤੇ ਇਹਦੇ ਉੱਤੇ ਹੁਣ ਜਿਵੇਂ ਮੈਂ ਹੁਣ ਤੁਹਾਨੂੰ 16 ਲਾ ਕੇ ਦਿਖਾਊਂਗਾ ਵੀ ਇਹਦੇ ਵਿੱਚ ਸੋਨਾ ਮਿਕਸ ਕਿਵੇਂ ਹੁੰਦਾ। ਪਹਿਲਾਂ ਬਹੁਤ ਸਵਾਲ ਨੇ। ਇੱਥੇ ਸੋਨਾ ਮੈਂ ਇਸ ਤਰ੍ਹਾਂ ਰੱਖ ਕੇ ਉੱਪਰ ਇਹਦੇ ਵਿੱਚ ਇਹਨੂੰ ਇਦਾਂ ਵਿੱਚ ਲਗਾ ਦਿੱਤਾ ਮੈਂ। ਆਹ ਦੇਖੋ ਵਿੱਚ ਲੱਗ ਚੁੱਕਿਆ। ਇਹਨੂੰ ਜਿਵੇਂ ਇਦਾਂ ਹੀ ਮੈਂ ਘਸਾਉਂਦਾ ਰਹੂੰਗਾ, ਇਹ 20 ਦਿਨ ਘਸਣਾ, ਓਨਾ ਹੀ ਸੋਟਾ ਘਸ ਜਾਣਾ ਤੇ ਓਨਾ ਹੀ ਸੋਨਾ ਘਸਣਾ ਜੀ। ਜਾਣੀ ਕਿ 20 ਦਿਨਾਂ ਬਾਅਦ ਜਿਹੜੀ ਐਸੇ ਆਈ ਉਹ ਤਿਆਰ ਹੋ ਜਾਣੀ ਹੈ। ਇਹਦੇ ਵਿੱਚ ਮੈਂ ਜਿਵੇਂ ਹੁਣ ਵਿਜੇ ਸਾਰ ਦਾ ਪਾਣੀ ਇਹ ਵਿੱਚ ਪਾ ਲਿਆ ਕਰਨਾ ਵੀ ਜਦੋਂ ਮੈਨੂੰ ਲੋੜ ਪਊਗੀ, ਲੋੜ ਮਹਿਸੂਸ ਹੁੰਦੀ ਹੈ। ਫਿਰ ਇਹਦੇ ਵਿੱਚ ਪੈਂਦਾ ਮਿੱਠੇ ਦਾ ਤੇਲ। ਮਿੱਠੇ ਦਾ ਤੇਲ ਅੱਜ ਪੁਰਾਤਨ ਸ਼ਬਦ ਵਰਤ ਰਹੇ ਹਾਂ। ਮਿੱਠੇ ਦਾ ਤੇਲ ਹੁੰਦਾ ਹੈ ਜਿਹਨੂੰ ਆਪਾਂ ਤਿਲਾਂ ਦਾ ਤੇਲ ਕਹਿ ਦਿੰਦੇ ਅੱਜ ਕੱਲ੍ਹ। ਉਹ ਤਿਲਾਂ ਦਾ ਤੇਲ ਮਿੱਠਾ ਤੇਲ ਕਹਿੰਦੇ ਸੀ ਲੋਕ ਪਹਿਲਾਂ। ਤੇ ਹੋਰ ਇਹਦੇ ਵਿੱਚ ਪੈਂਦਾ ਰਵਾਲ ਦੀਵੇ ਕੇ ਫੁੱਲ ਕੀ। ਦੀਵੇ ਦਾ ਫੁੱਲ ਹੁੰਦਾ ਹੈ ਜਿਹਨੂੰ ਦੀਵਾ ਬਾਲ ਕੇ ਲੋਕ ਪਹਿਲਾਂ ਬੁੜੀਆਂ ਰੱਖਦੀਆਂ ਹੁੰਦੀਆਂ ਸੀ ਲੋਕ ਬੱਚਿਆਂ ਦੇ ਪਾਉਣ ਵਾਸਤੇ, ਉਹਨੂੰ ਦੀਵੇ ਕੀ ਰਵਾਲ ਕਹਿੰਦੇ। ਉਹ ਇਹਦੇ ਵਿੱਚ ਪੈਂਦੀ ਹੈ ਜੀ। ਔਰ ਤੀਸਰਾ ਪੈਂਦਾ ਇਹਦੇ ਵਿੱਚ ਦੂਰ ਕਾ ਕੰਚਲ। ਸਾਰੀ ਵਿਧੀ ਤੁਸੀਂ ਸਿੱਖੀ ਕਿੱਥੋਂ? ਇਹ ਵੀਰ ਜੀ ਲਿਖਿਆ ਤਾਂ ਆਪਣੇ ਪੁਰਾਤਨ ਸਰੂਪਾਂ ਦੇ ਉੱਤੇ ਹੁੰਦਾ ਹੀ ਹੈ ਜੀ। ਪੁਰਾਤਨ ਸਰੂਪਾਂ ਦੇ ਵਿੱਚ ਲਿਖਿਆ ਹੁੰਦਾ। ਤੇ ਇੱਕ ਮੈਂ ਪਹਿਲਾਂ ਜਦੋਂ ਸੰਤਾਂ ਮਹਾਂਪੁਰਖਾਂ ਕੋਲੇ ਰਹਿੰਦਾ ਹੁੰਦਾ ਸੀ, ਨਿਰਮਲੇ ਸਾਧੂ ਸੀ ਉਹਨਾਂ ਕੋਲੇ ਮੈਂ ਰਿਹਾ। ਉਹ ਆਯੁਰਵੇਦ ਦਾ ਕੰਮ ਕਰਦੇ ਹੁੰਦੇ ਸੀ। ਉਹਨਾਂ ਕੋਲੇ ਰਹਿ ਮੈਨੂੰ ਜੜੀ ਬੂਟੀਆਂ ਦਾ ਕੰਮ ਕਰਦੇ ਸੀ। ਜੜੀ ਬੂਟੀਆਂ ਬਾਰੇ ਥੋੜਾ ਬਹੁਤਾ ਪਤਾ ਸੀ। ਦੇਖਦੇ ਹੁੰਦੇ ਸੀ ਵੀ ਆਹ ਫਲਾਨੀ ਚੀਜ਼ ਆ, ਫਲਾਨੀ ਚੀਜ਼। ਇਹ ਸਾਰੀਆਂ ਚੀਜ਼ਾਂ ਅਸੀਂ ਵਰਤਦੇ ਹੁੰਦੇ ਸੀ ਉੱਥੇ, ਪਰ ਇਹ ਸ਼ਾਹੀ ਨਹੀਂ ਸੀ ਬਣਾਈ। ਇਸ ਕਰਕੇ ਕਦੇ ਥੋੜੀ ਬਹੁਤੀ ਘਾਟ ਸੀ। ਉਹ ਮੈਂ ਕੁਛ ਨਾ ਕੁਛ ਮੇਰੇ ਸੱਜਣ ਮਿੱਤਰ ਮਿਲੇ, ਕੁਛ ਪ੍ਰੋਫੈਸਰ ਅਮਰੀਕ ਸਿੰਘ ਜੀ ਜੋ ਇਸ ਵੇਲੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਸੇਵਾ ਨਿਭਾ ਰਹੇ ਨੇ, ਉਹਨਾਂ ਨੇ ਦੱਸਿਆ। ਬਹੁਤੇ ਸੱਜਣਾ ਨੇ ਬਹੁਤੀਆਂ ਗੱਲਾਂ ਸਿੱਖੀਆਂ ਵੀ ਇਦਾਂ ਦਾ ਸਮਾਂ ਵੀ ਆਇਆ ਵੀ ਮੈਂ ਬੱਚਿਆਂ ਕੋਲੋਂ ਵੀ ਸਿੱਖਿਆ ਵੀ ਬਹੁਤੇ ਗੁਣ ਜਿਹੜੇ ਵੀ ਇਹਦੇ ਸ਼ਾਹੀ ਦੇ ਨੇ ਉਹ ਬਹੁਤੇ ਸਾਰੇ ਲੋਕਾਂ ਕੋਲੋਂ ਲਏ ਨੇ। ਵੀ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਿਖਾਇਆ। ਸਭ ਤੋਂ ਵੱਡਾ ਧੰਨਵਾਦ ਗੁਰੂ ਸਾਹਿਬ ਦਾ। ਸ਼ਾਹੀ ਬਣੀ ਨਹੀਂ, ਉਹਨਾਂ ਨੇ ਬਣਾਈ ਹੈ। ਤਾਂ ਲੋਕਡਾਊਨ ਲੱਗਿਆ ਹੋਇਆ, ਤਾਂ ਜਿਸ ਤਰ੍ਹਾਂ ਤੁਸੀਂ ਜੋ ਵਿਧੀ ਦੱਸੀ ਆ ਉਸ ਦੇ ਵਿੱਚ ਜੋ ਸਮਾਨ ਦੀ ਵਰਤੋਂ ਹੁੰਦੀ ਆ, ਫਿਰ ਉਹ ਸੌਖਾ ਮਿਲ ਜਾਂਦਾ। ਸੌਖਾ ਔਖ ਹੁੰਦੀ ਹੈ ਵੀਰ ਜੀ, ਆਉਂਦੀ ਹੈ ਔਖ। ਕਿਉਂਕਿ ਜਿਸ ਤਰ੍ਹਾਂ ਇਹ ਇੱਕ ਲਾਜਵਰਦ ਵਿੱਚ ਪੈਂਦਾ ਇਹ ਚੀਜ਼। ਇਹਦੇ ਵਿੱਚ ਮੈਂ ਉਹ ਆਪ ਜੀ ਨੂੰ ਦਿਖਾਊਂਗਾ ਜੀ। ਇਹ ਲਾਜਵਰਦ ਹੁੰਦਾ ਜੀ। ਇਹ ਬਰੀਕ ਦਾਣੇਦਾਰ ਲਾਜਵਰਦ ਕਹਿੰਦੇ ਨੇ ਇਹਨੂੰ। ਇਹ ਲਾਜਵਰਦ ਹੁੰਦਾ ਜੀ। ਲਾਜਵੰਤੀ ਵੀ ਬੋਲ ਦਿੰਦੇ ਨੇ ਇਹਨੂੰ। ਫਿਰ ਜਦੋਂ ਇਹ ਸਾਈ ਕੰਪਲੀਟ ਹੋ ਗਈ, ਇਹਦੇ ਵਿੱਚ ਪਾ ਦੇਣਾ। ਇਹਦੇ ਵਿੱਚੋਂ ਜਿਹੜੀ ਮੈਲ ਹੋਊਗੀ, ਜਿਹੜੀ ਗੰਦਗੀ ਹੋਊਗੀ, ਉਹਨੇ ਸਾਰੀ ਬਾਹਰ ਕੱਢ ਦੇਣੀ ਹੈ ਇਸ ਚੀਜ਼ ਨੇ। ਇਹ ਆਪਣੇ ਇੱਥੋਂ ਮਿਲਦੀ ਨਹੀਂ।
ਦਿੱਲੀੋਂ ਮਿਲਦੀ ਹੈ। ਜਿਵੇਂ ਪੇਪਰ ਹੋ ਗਿਆ ਜੈਪੁਰ ਤੋਂ, ਸ਼ਾਹੀ ਆ ਕਾਨੀਆਂ ਜਿਹੜੀਆਂ ਨੇ, ਇਹ ਕਾਨੀਆਂ ਸਾਡੇ ਬਾਂਸ ਪਾਇਆ ਨਹੀਂ ਜਾਂਦਾ ਹੈ, ਬਾਂਸ ਹੈ ਪਰ ਇਹ ਸਾਡੇ ਨਹੀਂ ਪਾਇਆ ਜਾਂਦਾ। ਇਹ ਕਾਨਪੁਰ ਤੋਂ। ਤੇ ਕਿਹੜੀ ਕਿਸਮ ਦਾ ਇਹ ਬਾਂਸ ਹੈਗਾ? ਇਹਨੂੰ ਬਾਂਸੀ ਕਹਿੰਦੇ ਨੇ ਜੀ, ਠੀਕ ਹੈ। ਬਾਂਸੀ ਕਹਿੰਦੇ ਨੇ। ਇਹ ਪੁਰਾਤਨ ਸਮੇਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਰਗੇ ਇਹਨਾਂ ਕਾਨਿਆਂ ਨੂੰ ਵਰਤਦੇ ਹੁੰਦੇ ਸੀ। ਤੇ ਜਿਹੜੇ ਅੱਜ ਕੱਲ ਨੇ ਇਹ ਆਪਣੇ ਉਗਦਾ ਨਹੀਂ ਕਾ ਬਾਂਸ, ਇੱਥੇ ਆਪਣੇ ਮੋਟਾ ਤੇ ਦੇਸੀ ਬਾਂਸ ਉਗਦਾ ਹੈ ਜੀ। ਬਿਲਕੁਲ। ਤਾਂ ਜਿਹੜਾ ਘੋੜਨੇ ਦੀ ਵਰਤੋਂ ਕਰ ਰਹੇ ਹੋ, ਇਹ ਵੀ ਇਸ ਦੀ ਵੀ ਕੋਈ ਖਾਸ ਲੱਕੜ ਹੈਗੀ ਹੈ? ਇਹ ਨਿੰਮ ਦਾ ਸੋਟਾ ਜੀ। ਨਿੰਮ ਦਾ ਸੋਟਾ ਹੋਣ ਦਾ ਕਾਰਨ ਇਹ ਹੈ ਵੀ ਜਿਹੜਾ ਪੇਪਰ ਹੈ, ਮੰਨ ਲਓ ਵੀ ਉਹਨੂੰ ਨਿੰਮ ਹੈ ਜਿਹੜੀ, ਉਹ ਨਿੰਮ ਨੂੰ ਕਦੇ ਘੁਣ ਨਹੀਂ ਲੱਗਦੀ ਤੇ ਉਹ ਪੇਪਰ ਨੂੰ ਖਰਾਬ ਨਹੀਂ ਹੋਣ ਦਿੰਦਾ, ਪੇਪਰ ਨੂੰ ਕੀੜਾ ਨਹੀਂ ਲੱਗਦਾ। ਜੇ ਨਿੰਮ ਦਾ ਸੋਟਾ ਵਿੱਚ ਘਸਦਾ ਨਾ, ਸੋਨਾ ਵਿੱਚ ਘਸਦਾ ਤੇ ਨਿੰਮ ਦਾ ਸੋਟਾ ਵਿੱਚ ਘਸਦਾ, ਇਹ ਕੜਤਨ ਪੈਦਾ ਹੋ ਜਾਂਦੀ ਹੈ ਤੇ ਉਹ ਜਿਹੜੀ ਕਾਗਜ਼ ਨੂੰ ਖਰਾਬ ਨਹੀਂ ਹੋਣ ਦਿੰਦਾ। ਇਹ ਸਾਰੀਆਂ ਚੀਜ਼ਾਂ ਇਸ ਕਰਕੇ ਵਰਤੀਆਂ ਜਾਂਦੀਆਂ ਨੇ। ਘੋੜਦੇ ਹੋ ਕਰੀਬ ਰੋਜ਼ ਦੇ 1-1.5 ਘੰਟਾ ਲੱਗਦਾ ਜੀ। 1-1.5 ਘੰਟਾ ਇਹਨੂੰ ਲਗਾਤਾਰ ਘਸਾਉਣਾ ਪੈਂਦਾ ਜੀ। ਇਹਨੂੰ ਮਲੀ ਜਾ, ਇਹਨੂੰ ਲਗਾਤਾਰ ਘਸਾਈ ਜਾਵਾਂਗੇ, ਰਗੜ ਪੈਦਾ ਹੋ ਕੇ ਫਿਰ ਘਸਣੀ ਹੈ। ਤਾਂ ਜਦੋਂ ਸਿਆਹੀ ਦੀ ਵਰਤੋਂ ਕਰਦੇ ਹੋ ਤੁਸੀਂ, ਤਾਂ ਫੈਲਰ ਦੀ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ। ਹਾਂਜੀ ਹਾਂਜੀ। ਤੇ ਇਸ ਦੀ ਲਾਈਫ ਫਿਰ ਕਿੰਨਾ ਕੁ ਟਾਈਮ ਹੈ? ਇਹ ਤੁਸੀਂ ਲਾਈਫ ਇਹਦੀ ਦੇਖ ਸਕਦੇ ਹੋ ਵੀ 400-500 ਸਾਲ ਤੱਕ ਇਹਦੀ ਲਾਈਫ ਹੋਣੀ ਹੈ, ਕਿਉਂਕਿ ਇਹ ਪੁਰਾਤਨ ਚੀਜ਼ਾਂ ਨੇ, ਹਰਬਲ ਚੀਜ਼ਾਂ ਨੇ ਸਾਰੀਆਂ। ਇਹਨਾਂ ਦਾ ਸ਼ਾਹੀ ਦਾ ਸਰੂਪ ਜਿਹੜਾ, ਤੇ ਇਸ ਸ਼ਾਹੀ ਦਾ ਤੇ ਉਹ 20 ਦਿਨਾਂ ਬਾਅਦ ਕੱਢ ਕੇ ਮਰ ਦਾ ਪ੍ਰਕਾਸ਼ ਕੀਤਾ ਗਿਆ ਤੇ ਉਹ ਇਸੇ ਦੇ ਉਸੇ ਤਰ੍ਹਾਂ ਹੀ ਠੀਕ ਸੀ। ਗਿੱਲਾ ਜ਼ਰੂਰ ਹੋਇਆ ਸੀ ਪਰ ਨਾ ਸ਼ਾਹੀ ਖਰਾਬ ਹੋਈ ਫੈਲੀ ਤੇ ਨਾ ਹੀ ਪੇਪਰ ਖਰਾਬ ਹੋਇਆ। ਉਹ ਜਦੋਂ ਉਹਨੂੰ ਧੁੱਪ ਲਵਾ ਲਈ ਗਈ, ਸੁਕਾ ਲਿਆ ਗਿਆ, ਉਹ ਫਿਰ ਉਸ ਤਰ੍ਹਾਂ ਦਾ ਹੋ ਗਿਆ। ਇਸ ਕਰਕੇ ਇਹ ਜਿਹੜੀਆਂ ਪੁਰਾਤਨ ਚੀਜ਼ਾਂ ਨੇ, ਇਹ ਸਾਡੇ ਕੋਲ ਸਾਂਭ ਕੇ ਰੱਖਣ ਵਾਲੀਆਂ ਚੀਜ਼ਾਂ ਨੇ। ਸਾਡੇ ਕੋਲ ਮਤਲਬ ਇੱਕ ਵਿਰਾਸਤ ਹੈ, ਜਿਹਨੂੰ ਬਹੁਤ ਵੱਡੀ ਵਿਰਾਸਤ ਕਹਿ ਸਕਦੇ ਹਾਂ ਵੀ ਇਹ ਜਿਹੜੀ ਸਾਂਭ ਕੇ ਰੱਖੀ ਜਾਵੇ। ਗੁਰੂ ਸਾਹਿਬ ਦੇ ਬਾਣੀ ਨੂੰ ਪਦਛੇਦ ਨਾ ਕਰਨਾ, ਗੁਰੂ ਸਾਹਿਬ ਦੀ ਬਾਣੀ ਨੂੰ ਛਾਪੇ ਨਾ ਕਰਨਾ, ਗੁਰੂ ਸਾਹਿਬ ਦੀ ਸੇ ਬਾਣੀ ਨੂੰ ਹੱਥ ਨਾਲ ਲਿਖਣਾ। ਜੋ ਹੱਥ ਨਾਲ ਪ੍ਰੇਮ ਬਣਦਾ ਉਹ ਛਾਪੇ ਨਾਲ ਨਹੀਂ ਬਣਦਾ। ਬਿਲਕੁਲ। ਜੋ ਹੱਥ ਨਾਲ ਉਤਾਰੇ ਕੀਤੇ ਆ ਉਹ ਕਈ ਸਦੀਆਂ ਤੱਕ ਚੱਲਦੇ, ਸਦੀਆਂ ਤੱਕ ਚੱਲਦੇ ਨੇ। ਬਾਕੀ ਵੀਰ ਜੀ ਇਦਾਂ ਦਾ ਲੱਗਦਾ ਹੁੰਦਾ ਹੈ ਵੀ ਜਦੋਂ ਮੈਂ ਲਿਖ ਰਿਹਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਕੋਲੇ ਬੈਠੇ ਨੇ ਤੇ ਹੱਥ ਦੇ ਵਿੱਚ ਕਲਮ ਫੜੀ ਹੈ ਤੇ ਮੈਨੂੰ ਉਹ ਉਚਾਰ ਕੇ ਲਿਖਾ ਰਹੇ ਨੇ। ਜਦੋਂ ਇਦਾਂ ਦੀ ਭਾਵਨਾ ਅੰਦਰੋਂ ਆ ਰਹੀ ਹੈ ਤਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਵੀ ਜੇ ਹੁਣ ਆਪਾਂ ਇਸ ਬਾਣੀ ਨੂੰ ਹੱਥ ਨਾਲ ਲਿਖ ਰਹੇ ਹਾਂ, ਹੱਥ ਨਾਲ ਲਿਖ ਕੇ ਇਦਾਂ ਦੀ ਭਾਵਨਾ ਬਣ ਰਹੀ ਹੈ, ਜੇ ਸਾਰੇ ਦੇ ਸਾਰੇ ਸਿੱਖ ਹੀ ਇਦਾਂ ਕਰਨ ਤਾਂ ਉਹਨਾਂ ਦੀ ਭਾਵਨਾ ਕਿੰਨੀ ਉੱਚੀ ਹੋ ਜਾਣੀ ਹੈ। ਅੱਜ ਤਾਂ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਪੈ ਚੁੱਕਿਆ। ਪਹਿਲਾਂ ਪੁਰਾਤਨ ਸਮਿਆਂ ਦੇ ਵਿੱਚ ਜੇ ਸਿੱਖ ਨੇ ਸਿੱਖ ਨੂੰ ਮਿਲਣਾ ਤਾਂ ਉਹਨੂੰ ਭੇਟ ਕਰਨੀ ਗੁਰਬਾਣੀ ਦੀ ਪੋਥੀ ਲਿਖ ਕੇ ਜਾਂ ਗੁਰਬਾਣੀ ਦੀਆਂ ਪੰਕਤੀਆਂ ਲਿਖ ਕੇ। ਇਹ ਅੱਜ ਸਾਡੇ ਮਰਿਆਦਾ ਖਤਮ ਹੋ ਚੁੱਕੀ ਹੈ, ਦੁਖਾਂਤ ਦੀ ਗੱਲ ਹੈ। ਬਿਲਕੁਲ। ਮਹਿਸੂਸ ਕਰਦੇ ਹੋ? ਸਾਨੂੰ ਬਹੁਤ ਚੰਗਾ ਲੱਗਦਾ ਜੀ। ਉਹ ਤਾਂ ਠੀਕ ਹੈ ਨਾ ਜੀ, ਬੜਾ ਚੰਗਾ ਉਹ ਬੇਟੇ ਜਦੋਂ ਇਹ ਕੁਛ ਵੀ ਆਪਦਾ ਕੰਮ ਕਰਦਾ ਏ, ਸ਼ੁਰੂ ਕਰਦਾ ਏ, ਅਸੀਂ ਇਹਦੇ ਕੋਈ ਕੰਮ 'ਚ ਦਖਲ ਨਹੀਂ ਦਿੰਦੇ ਵੀ ਅਸੀਂ ਜਿਵੇਂ ਇੱਥੇ ਬੈਠੇ ਹੁਣ ਬੈਠੇ ਆ, ਅਸੀਂ ਐਂ ਪਾਸੇ ਬੈਠਨੇ ਆ। ਖੁਸ਼ ਹੋ ਮਤਲਬ ਕਿ ਜਿਹੜਾ ਹਾਂ, ਸਾਡੇ ਅੰਦਰੋਂ ਆਤਮਾ ਬਹੁਤ ਜ਼ਿਆਦਾ ਹੀ ਖੁਸ਼ ਹੈ ਵੀ ਅਸੀਂ ਹੁਣ ਦਿਖਾ ਨਹੀਂ ਸਕਦੇ ਵੀ ਇੰਨੀ ਆਤਮਾ ਖੁਸ਼ ਹੈ ਸਾਡੀ ਵੀ ਹੱਦ ਤੋਂ ਪਰੇ ਹੀ ਖੁਸ਼ ਹੈ। ਤਾਂ ਫਿਰ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਹਿੰਦੂ ਮੁਸਲਮਾਨ ਸਿੱਖ ਕਹਿ ਕੇ ਇੱਕ ਦੂਜੇ ਨੂੰ ਲੜਾ ਦਿੰਦੇ ਆ, ਦੰਗੇ ਵੀ ਹੋ ਜਾਂਦੇ ਕਈ ਥਾਂ ਤੇ ਵੇਖਿਆ? ਬੇਟੇ ਮੇਰੀ ਗੱਲ ਸੁਣੋ, ਆਪਣਾ ਹੁਣ ਖੂਨ ਹੈ ਜਿਹੜਾ, ਖੂਨ 'ਚ ਤਾਂ ਨਹੀਂ ਆਏ ਹੁੰਦਾ ਵੀ ਆਹ ਹਿੰਦੂ ਦਾ ਏ, ਆਹ ਮੁਸਲਮਾਨ ਦਾ ਏ, ਆਹ ਸਿੱਖ ਦਾ ਏ। ਇਹ ਖੂਨ 'ਚ ਤਾਂ ਨਹੀਂ ਪਤਾ, ਖੂਨ ਤਾਂ ਇੱਕੋ ਹੈ ਨਾ। ਸਭ ਇੱਕ ਹੈ ਉਹ ਕੋਈ ਮੰਨੀ ਜਾਵੇ ਕਿਵੇਂ, ਖੂਨ ਤਾਂ ਇੱਕ ਹੈ, ਮਾਲਕ ਦਾ ਨਾਂ ਇੱਕ ਹੈ, ਖੂਨ ਇੱਕ ਹੈ ਬੇਟਾ, ਤੇ ਇਹ 'ਚ ਕੋਈ ਫਰਕ ਨਹੀਂਗਾ ਬੇਟੇ। ਅੰਕਲ ਵੀ ਦਿਹਾੜੀ ਜਾਂਦੇ ਆ, ਮੈਂ ਵੀ ਹੁਣ ਤੁਹਾਡੇ ਸਾਹਮਣੇ ਆਈ ਹਾਂ 12 ਵਜੇ ਵੀ 4000 ਦਾ ਕੰਮ ਮੈਂ ਕਰਦੀ ਹਾਂ, 4-5 ਹਜ਼ਾਰ ਦਾ ਤੇਰਾ ਅੰਕਲ ਕਰਦਾ। ਅਸੀਂ ਘਰ ਦਾ ਟਾਈਮ ਪਾਸ ਵਧੀਆ ਕਰੀ ਜਾਂਦੇ ਹਾਂ, ਠੀਕ ਹੈ। ਤੇ ਵੀ ਅਸੀਂ ਰੋਟੀ ਸਮਝ ਲੈ ਵੀ ਖਾ ਕੇ ਸ਼ਾਮ ਨੂੰ ਪੈਨੇ ਆ, ਭੁੱਖੇ ਨਹੀਂ ਪੈਂਦੇ, ਉਹ ਮਾਲਕ ਦੀ ਕਿਰਪਾ ਹੈ। ਖੁਸ਼ ਹਾਂ ਜੀ, ਬੜੇ ਖੁਸ਼ ਹਾਂ। ਖੁਦ ਗਰੀਬ ਉਹਨਾਂ ਲੋਕਾਂ ਨੂੰ ਸੋਚਣ ਦੀ ਲੋੜ ਆ ਜਿਹੜੇ ਪੈਸੇ ਪਿੱਛੇ ਭੱਜੀ ਜਾਂਦੇ ਆ। ਹਾਂ ਹਾਨੀ ਸਾਰਨ ਅਖੀਰ ਨੂੰ ਤਾਂ ਸਾਰੇ ਰੋਟੀ ਖਾ ਕੇ ਸੌਂਦੇ। ਹਾਂਜੀ, ਹੁਣ ਮੇਰੀ ਇੰਨੀ ਆਤਮਾ ਸੀ ਵੀ ਪਹਿਲਾਂ ਇਹ ਸਕੂਲ 'ਚ ਲਿਖਦੇ ਹੁੰਦੇ ਸੀਗੇ
ਸਕੂਲ 'ਚ ਲਿਖਦੇ ਹੁੰਦੇ ਸੀ, ਮੇਰਾ ਅੰਦਰੋਂ ਦਿਲ ਮੰਨਿਆ ਵੀ ਮੈਂ ਮੇਰੇ ਬੇਟੇ ਦੀ ਥਾਂ ਥੋੜੀ ਜੀ ਵੀ ਆਪਦੇ ਘਰੇ ਬਣਾ ਕੇ ਦਵਾਂ, ਵੀ ਮੇਰੇ ਸਾਹਮਣੇ ਲਿਖੇ। ਠੀਕ ਹੈ, ਫਿਰ ਮੈਂ ਲੋਨ ਚੱਕਿਆ, 45,000 ਦਾ ਲੋਨ ਚੱਕਿਆ। ਫਿਰ ਮੈਂ ਆ ਛੋਟਾ ਜਿਹਾ ਕਮਰਾ ਪਾ ਕੇ ਦਿੱਤਾ, ਛੋਟਾ ਜਿਹਾ ਕਮਰਾ ਪਾ ਕੇ ਦਿੱਤਾ। ਹੁਣ ਮੈਂ ਕੰਮ ਕਰਦੀ ਹਾਂ ਬਾਣੀਆਂ ਦੇ ਘਰਾਂ 'ਚ, ਤੇ ਮੈਂ ਆਪਦਾ ਉਹ ਪੈਸਾ ਲਾ ਹੀ ਜਾਂਦੀ ਹਾਂ, ਘਰ ਦਾ ਟਾਈਮ ਪਾਸ ਕਰੀ ਜਾਂਦੇ ਹਾਂ। ਤੇ ਵੀ ਵਧੀਆ ਮੇਰਾ ਬੇਟਾ ਹੁਣ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਕੰਮ ਕਰਦਾ ਹੈ, ਸਾਨੂੰ ਜੋ ਜੋ ਕਰ ਕਰ ਰਿਹਾ ਜੀ ਜਿਨੇ ਕਿ ਉਹ ਮਾਲਕ खुद आप बसा जी गरीब के घरे आके। ठीक है, बड़ा बसा कोई है मालक का, गरीब के घरे मालक बसाया जी। ਆਪਾਂ ਹੁਣ ਜਾਣਦੇ ਆ ਵੀ ਮਾਲਕ ਨੂੰ ਲੱਭਣ ਜਾਈਏ, ਮਾਲਕ ਨੂੰ ਲੱਭਣ ਜਾਈਏ। ਮਾਲਕ ਤਾਂ ਤੁਰ ਕੇ ਆਪ ਖੁਦ ਸਾਡੇ ਘਰੇ ਆਈ ਜਾਂਦਾ ਹੈ, ਤੇ ਫਿਰ ਅਸੀਂ ਲੱਭਣ ਦੀ ਲੋੜ ਹੀ ਨਹੀਂ। बड़ी खुशी है जी। ਇੰਨੀ ਖੁਸ਼ੀ ਹੋਈ ਪਈ। ਤਾਂ ਮਨਕੀਰਤ ਜੀ, ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਪਹਿਲਾਂ ਅਧਿਆਪਕ ਸੀਗੇ ਜੀ। ਕਰੋਨਾ ਦੇ ਚੱਲਦੇ ਜਦੋਂ ਲੋਕਡਾਊਨ ਲੱਗਿਆ ਤੁਹਾਡੀ ਨੌਕਰੀ ਵੀ ਚਲੀ ਗਈ। ਹਾਲਾਂਕਿ ਜੋ ਨੌਕਰੀ ਦੇ ਵਿੱਚ ਤੁਹਾਨੂੰ ਤਨਖਾਹ ਮਿਲਦੀ ਸੀਗੀ ਉਹਦਾ ਜਿਹੜਾ ਕੁਝ ਹਿੱਸਾ ਪਰਿਵਾਰ ਤੇ ਜਿਹੜਾ ਉਹ ਲਗਾਉਂਦੇ ਸੀ, ਬਾਕੀ ਹਿੱਸਾ ਤੁਸੀਂ ਇਸ ਕਾਰਜ ਲਈ ਲਗਾਉਂਦੇ ਸੀਗੇ। ਉਸ ਤੋਂ ਬਾਅਦ ਅੱਜ ਤੁਸੀਂ ਆੜਤ ਦੇ ਮਨੀਮੀ ਦਾ ਕੰਮ ਕਰ ਰਹੇ ਹੋ। ਹੁਣ ਉਸ ਦੇ ਵਿੱਚੋਂ ਵੀ ਤੁਸੀਂ ਜਿਹੜੀ ਤਨਖਾਹ ਮਿਲਦੀ ਹੈ ਇਸ ਕੰਮ ਦੇ ਲਈ ਲਗਾ ਰਹੇ ਹੋ, ਤਾਂ ਇਹ ਫਿਰ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋ? ਵੀਰ ਜੀ, ਮੇਰਾ ਪਰਿਵਾਰ ਬੜਾ ਚੰਗਾ ਹੈ। ਦੇਖੋ ਜੀ, ਪਹਿਲੀ ਗੱਲ ਤੇ ਇਹ ਵੀ ਮੈਂ ਘਰ ਦੇ ਵਿੱਚ ਹਾਲੇ ਤੱਕ ਵੀ ਜਦੋਂ ਦੀ ਸੇਵਾ ਸ਼ੁਰੂ ਕੀਤੀ ਹੈ ਮੈਂ ਕਦੇ 1 ਰੁਪਿਆ ਨਹੀਂ ਦਿੱਤਾ। ਕਾਰਨ ਇਹ ਹੈ ਵੀ ਜਿਹੜੀ ਅੱਧੀ ਸੇਵਾ ਗੁਰੂ ਸਾਹਿਬ ਦੇ ਉੱਤੇ ਲੱਗ ਜਾਂਦੀ ਤੇ ਦੂਜੀ ਅੱਧੀ ਸੇਵਾ ਆਪਣੇ ਘਰੋਂ ਲੰਗਰ ਚੱਲਦਾ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੋੜਵੰਦ, ਉਹ ਉੱਥੇ ਲੱਗ ਜਾਂਦੀ ਹੈ। ਵੀ ਇੱਕ ਮੈਨੂੰ ਨਹੀਂ ਪਤਾ ਵੀ ਮੈਂ ਸਹੀ ਹਾਂ ਜਾਂ ਕਿਤੇ ਗਲਤ ਹਾਂ, ਪਰ ਮਨ ਨੂੰ ਬੜਾ ਸਕੂਨ ਮਿਲਦਾ ਹੈ ਇਹ ਸਾਰਾ ਕੁਝ ਕਰਕੇ। ਇੱਕ ਪਾਸੇ ਇਦਾਂ ਲੱਗ ਰਿਹਾ ਹੁੰਦਾ ਵੀ ਹਾਂ ਮੈਂ ਗੁਰੂ ਸਾਹਿਬ ਦੀ ਸੇਵਾ ਕਰ ਰਿਹਾ, ਦੂਜੇ ਪਾਸੇ ਇਉਂ ਲੱਗਦਾ ਹੁੰਦਾ ਵੀ ਹਾਂ ਮੈਂ ਮਨੁੱਖਤਾ ਦੀ ਵੀ ਸੇਵਾ ਕਰ ਰਿਹਾ। ਇਹ ਦੋਨੇ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਕੇ ਛਕੋ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੀ। ਜੀ, ਤਾਂ ਮਨਕੀਰਤ ਜੀ, ਕਦੋਂ ਤੱਕ ਜਿਹੜਾ ਇਹ ਕਾਰਜ ਪੂਰਾ ਹੋ ਜਾਵੇਗਾ ਉਤਾਰੇ ਦਾ? ਅਨੁਮਾਨ ਦੇ ਅਨੁਸਾਰ ਤਾਂ ਵੀਰ ਜੀ ਵੀ 4 ਤੋਂ 5 ਸਾਲ ਹੋਰ ਲੱਗ ਜਾਣਗੇ, ਕਿਉਂਕਿ ਆ ਜਿਹੜੀ ਸਾਈਡ ਦੇ ਉੱਤੇ ਮੀਨਾਕਾਰੀ ਹੈ ਇਹ ਹਲੇ ਕਰਨ ਵਾਲੀ ਹੈ। ਤੇ ਜਿਲਤ ਵੀ ਜਿਹੜੀ ਉਹਦੀ ਤਿਆਰ ਕਰਨੀ, ਜਿਲਤ ਵੀ ਤਿਆਰ ਕਰਨੀ ਪੈਣੀ ਹੈ। ਜਿਲਤ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਸੰਗਤ ਸਹਿਯੋਗ ਦੇਵੇਗੀ ਤਾਂ ਆਪਾਂ ਸੋਨੇ ਦੀ ਤਿਆਰ ਕਰਨੀ ਹੈ, ਕਿਉਂਕਿ ਇਹ ਬਾਣੀ ਹੀਰਾ ਹੈ ਤੇ ਹੀਰੇ ਨੂੰ ਸੋਨੇ ਦੇ ਵਿੱਚ ਚੜਾਉਣਾ ਹੈ ਜੀ। ਤਾਂ ਫਿਰ ਹੁਣ ਤੱਕ ਕਿੰਨਾ ਕੁ ਖਰਚ ਤੁਹਾਡਾ ਆ ਚੁੱਕਿਆ ਹੁਣ ਤੱਕ, ਜਾਂ ਕਿੰਨਾ ਕੁ ਆ ਜਾਣਾ? ਹੁਣ ਤੱਕ ਤਾਂ ਮੈਂ ਕਰੀਬ 4-5 ਲੱਖ 6 ਲੱਖ ਵਾਂਗੂ ਲੱਗ ਚੁੱਕਿਆ ਮੇਰਾ, ਤੇ ਬਾਕੀ ਅੱਗੇ ਗੁਰੂ ਸਾਹਿਬ ਦੀ ਮਰਜ਼ੀ ਵੀ ਕਿੰਨੇ ਕਾ ਲੱਗਣਗੇ। ਮੇਰਾ ਅਨੁਮਾਨ ਹੈ ਵੀ 30 ਤੋਂ 35 ਲੱਖ ਰੁਪਇਆ ਜਾਂ ਲੱਗ ਸਕਦਾ ਹੈ ਜੀ। ਤਾਂ 30 ਤੋਂ 35 ਲੱਖ ਰੁਪਇਆ ਜਿਹੜਾ ਉਹ ਆਪਣੀ ਜੇਬ ਚੋਂ ਲਗਾ ਰਹੇ ਆ। ਜੋ ਇਹਨਾਂ ਦੀ ਤਨਖਾਹ ਹੁੰਦੀ ਆ, ਘਰ ਦੇ ਵਿੱਚ ਸ਼ਾਇਦ ਨਾ ਦਿੰਦੇ ਹੁਣ ਪੈਸੇ, ਪਰ ਜੋ ਇੱਕ ਇਹਨਾਂ ਨੇ ਕਾਰਜ ਵਿੱਢਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਦਾ, ਉਸ ਨੂੰ ਪੂਰਾ ਕਰਨ ਦੇ ਲਈ ਜੋ ਤਨਖਾਹ ਮਿਲਦੀ ਆ ਉਸ ਕੰਮ ਦੇ ਵਿੱਚ ਇਹਨਾਂ ਵੱਲੋਂ ਲਗਾਇਆ ਜਾਂਦਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਤੁਸੀਂ ਪਲੈਨਿੰਗ ਕੀਤੀ ਹੋਈ ਹੈ? ਮੈਂ ਕੋਸ਼ਿਸ਼, ਮੇਰੀ ਜ਼ਿੰਦਗੀ ਦਾ ਮਕਸਦ ਇਹ ਹੈ ਵੀ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਕਰੀਬ 5 ਸਰੂਪ ਲਿਖ ਸਕਾਂ ਤੇ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ। ਹੁਣ ਮੈਂ ਉਰਦੂ ਤੇ ਅਰਬੀ ਦੀ ਤਾਲੀਮ ਲੈ ਰਿਹਾ ਤੇ ਅਰਬੀ ਦੇ ਵਿੱਚ ਅੱਗੇ ਲਿਖਣ ਦਾ ਜਿਹੜਾ ਮੇਰਾ ਮਨ ਹੈ। ਬਾਕੀ ਗੁਰੂ ਸਾਹਿਬ ਨੇ ਜੇ ਸਵਾਸ ਬਖਸ਼ੇ ਹੋਏ ਤਾਂ, ਜੇ ਸਵਾਸਾਂ ਦੀ ਪੂੰਜੀ ਖਤਮ ਕੀਤੀ ਹੋਈ ਤਾਂ ਉਹ ਵੱਖਰੀ ਗੱਲ ਹੈ, ਪਰ ਜੇ ਕੋਸ਼ਿਸ਼ ਮੇਰੀ ਇਹ ਹੈ ਵੀ ਮੈਂ ਅਗਲਾ ਸਰੂਪ ਜਿਹੜਾ ਉਹ ਅਰਬੀ ਜਾਂ ਉਰਦੂ ਦੇ ਵਿੱਚ ਉਤਾਰਾ ਕਰਾਂ ਗੁਰੂ ਸਾਹਿਬ ਦੀ ਬਾਣੀ ਦਾ, ਤਾਂ ਜੋ ਅਸੀਂ ਅਰਬ ਕੰਟਰੀਆਂ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ ਆਪਾਂ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰ ਸਕੀਏ ਜੀ। ਤਾਂ ਜਿਸ ਤਰ੍ਹਾਂ ਮਦਦ ਕੀਤੀ ਕਿਸੇ ਨੇ, ਆਪਣੀ ਜੇਬ ਦੇ ਵਿੱਚੋਂ ਪੈਸੇ ਲਗਾ ਰਹੇ ਹੋ, ਇੰਨਾ ਵੱਡਾ ਖਰਚਾ 30 ਤੋਂ 35 ਲੱਖ ਰੁਪਏ ਦਾ ਖਰਚ ਆ ਜਾਣਾ, ਹੁਣ ਤੱਕ 4-5 ਲੱਖ ਰੁਪਏ ਤੁਸੀਂ ਲਗਾ ਵੀ ਚੁੱਕੇ ਹੋ ਇਸ ਕਾਰਜ ਦੇ ਲਈ, ਤਾਂ ਕਿਸੇ ਨੇ ਬਾਹ ਫੜੀ ਹੁਣ ਤੱਕ ਵੀ ਇੰਨਾ ਨੇਕ ਜਿਹੜਾ ਕਾਰਜ ਕਰ ਰਹੇ ਹੋ ਵੀ ਕਿਸੇ ਨੇ ਆਪਣਾ ਹਿੱਸਾ ਪਾਇਆ? ਖਿਮਾ ਕਰਿਓ, ਇੱਕ ਗੱਲ ਦਾ ਸੰਗਤ ਵੀ ਗੁੱਸਾ ਨਾ ਮੰਨੇ, ਆਪ ਜੀ ਨਾ ਗੁੱਸਾ ਮੰਨਿਓ। ਸਾਡੀ ਕੌਮ ਦੇ ਵਿੱਚ ਬੜੀ ਦੁਖਾਂਤ ਦੀ ਗੱਲ ਹੈ ਵੀ ਅਸੀਂ ਜੇ ਕੋਈ ਸਾਡੇ ਕੌਮ ਦੇ ਵਿੱਚ ਜੇ ਕੋਈ ਕਾਰਜ ਚੰਗਾ ਕਰ ਰਿਹਾ ਹੈ ਉਹਦੇ ਉੱਤੇ ਅਸੀਂ ਕਮੈਂਟ ਸਿਰਫ ਵਾਹਿਗੁਰੂ ਦਾ, ਆਈ ਸਪੋਰਟ ਤੇ ਸੁਪਰ ਇਹੋ ਜਿਹੇ ਸ਼ਬਦ ਵਰਤਣ ਵਾਲੇ ਆ, ਨਾਲ ਜਾ ਕੇ ਖਲੋਣਾ ਉਹ ਵੱਖਰੀ ਗੱਲ ਹੈ। ਤਾਂ ਕਦੇ ਇਹੋ ਜਿਹਾ ਵੀ ਸਮਾਂ ਆਇਆ ਕਿ ਪੈਸੇ ਦੀ ਕਮੀ ਹੋਣ ਕਰਕੇ ਇਹ ਕਾਰਜ ਵਿਚਾਲੇ ਰੋਕਣਾ ਪਿਆ ਹੋਵੇ? ਹਾਂਜੀ, ਜਦੋਂ ਲੋਕਡਾਊਨ ਲੱਗਿਆ ਉਦੋਂ ਸਕੂਲ ਦੇ ਵਿੱਚੋਂ ਤਨਖਾਹ ਮਿਲਣੀ ਬੰਦ ਹੋ ਗਈ, ਕਿਉਂਕਿ ਜੇ ਅਸੀਂ ਕਿਸੇ ਤੇ
ਕਾਰਜ ਕਰਾਂਗੇ ਤਾਂ ਹੀ ਉਹ ਕੋਈ ਮਿਹਨਤਾਂ ਨਾ ਦਿੰਦਾ ਸਾਨੂੰ। ਤੇ ਉੱਥੋਂ ਆਉਣਾ ਬੰਦ ਹੋ ਗਿਆ ਤੇ ਮਹਾਰਾਜ ਸਾਹਿਬ ਦੀ ਸੇਵਾ ਸਾਨੂੰ ਰੋਕਣੀ ਪਈ। ਉਸ ਤੋਂ ਬਾਅਦ 1 ਮਹੀਨਾ 2 ਮਹੀਨੇ ਮੈਂ ਗੰਨੇ ਦੀ ਘਲਾੜੀ ਲਾ ਕੇ ਮਹਾਰਾਜ ਦੀ ਸੇਵਾ ਕੀਤੀ। ਫਿਰ ਉਹ ਗੰਨੇ ਦੀ ਘਲਾੜੀ ਬੰਦ ਕਰਕੇ ਫਿਰ ਉਦੋਂ ਬਾਅਦ ਮੈਂ 1 ਮਹੀਨਾ 2 ਮਹੀਨੇ ਬਰਗਰਾਂ ਦੀ ਰੇਹੜੀ ਲਗਾ ਕੇ ਉੱਥੇ ਮੁੰਡਾ ਸਪੈਸ਼ਲ ਰੱਖ ਕੇ ਨਾਲ ਆਪ ਕੰਮ ਕਰਾਉਣਾ। ਫਿਰ ਮਹਾਰਾਜ ਦੀ ਸੇਵਾ ਕੀਤੀ। ਫਿਰ ਮੈਨੂੰ ਚਲੋ ਮਨੀਮੀ ਦਾ ਕੰਮ ਮਿਲ ਗਿਆ, ਉਧਰੋਂ ਇਹ ਕੰਮ ਸ਼ੁਰੂ ਕੀਤਾ। ਕੀਰਤਨ ਦੇ ਵਿੱਚ ਕੰਮ ਵਿੱਚ ਰੁਕ ਕੇ ਕੀਰਤਨ ਦੀ ਸੇਵਾ ਕਰਕੇ ਉਦੋਂ ਸੇਵਾ ਸਤਿਗੁਰੂ ਦੀ ਕੀਤੀ। ਪਰ ਮੇਰਾ ਮਨ ਇਹ ਸੀ ਵੀ ਗੁਰੂ ਸਾਹਿਬ ਸਮਰੱਥ ਨੇ, ਉਹ ਮੇਰਾ ਸਾਥ ਦੇ ਰਹੇ ਨੇ, ਉਹ ਕਿਸੇ ਨਾ ਕਿਸੇ ਪਾਸੋਂ ਕੋਈ ਨਾ ਕੋਈ ਘਾਟ ਘਾੜੀ ਦੇਣਗੇ। ਬਿਲਕੁਲ ਆਪਣੇ ਆਪ ਰਾਹ ਬਣਦਾ ਜੋ। ਹਾਂਜੀ ਹਾਂਜੀ, ਉਹ ਸਤਿਗੁਰੂ ਨੇ ਕਿਰਪਾ ਕੀਤੀ, ਇਦਾਂ ਦਾ ਬਣਦਾ ਰਿਹਾ ਤੇ ਮਿਹਨਤ ਕਰਦੇ ਰਹੇ ਤੇ ਗੁਰੂ ਸਾਹਿਬ ਦੀ ਸੇਵਾ ਹੁੰਦੀ ਰਹੀ ਜੀ। ਤਾਂ ਮਨਕੀਰਤ ਜੀ, ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਲਿਖਦੇ ਹੋ ਤਾਂ ਇਹਨਾਂ ਦੀ ਫਿਰ ਸਾਂਭ ਸੰਭਾਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਸਾਂਭ ਸੰਭਾਲ ਇਹਨਾਂ ਦੀ ਇਉਂ ਹੈ ਜੀ, ਇਹ ਆਪਣਾ ਇੱਕ ਬਾਕਸ ਬਣਾਇਆ ਹੋਇਆ ਸਪੈਸ਼ਲ ਲੱਕੜ ਦਾ। ਜਿਸ ਤਰ੍ਹਾਂ ਜੋ ਅੰਗ ਸੰਪੂਰਨ ਹੋ ਗਿਆ ਉਹਨੂੰ ਉਹਦੇ ਵਿੱਚ ਸੇਫਲੀ ਰੱਖ ਲਿੱਤਾ ਜਾਂਦਾ ਹੈ, ਉਹਨੂੰ ਲੌਕ ਲਗਾਇਆ ਜਾਂਦਾ ਹੈ। ਬਾਕੀ ਜਿਹੜੇ ਦੂਸਰੇ ਅੰਗ ਨੇ ਉਹ ਆਪਾਂ ਸਾਂਭ ਕੇ ਇੱਦਾਂ ਰੁਮਾਲੇ ਦੇ ਵਿੱਚ ਰੱਖੇ ਹੋਏ ਨੇ, ਉਹਨਾਂ ਦੇ ਵਿੱਚੋਂ ਇੱਕ ਇੱਕ ਕਰਕੇ ਜਦੋਂ ਲੈ ਲੈਂਦੇ ਆ। ਬਾਕੀ ਜਿਹੜੇ ਲਿਖੇ ਜਾਂਦੇ ਨੇ ਉਹਨਾਂ ਨੂੰ ਇੱਕ ਸਾਂਭ ਕੇ ਰੱਖ ਲਿੱਤਾ ਜਾਂਦਾ। ਸਾਡੇ ਵੱਲੋਂ ਜੋ ਮਨਕੀਰਤ ਦੇ ਨਾਲ ਗੱਲਬਾਤ ਕੀਤੀ ਗਈ ਆ ਤੁਸੀਂ ਉਹ ਵੀ ਸੁਣੀ ਆ। ਉਸ ਤੋਂ ਬਾਅਦ ਜੋ ਮਨਕੀਰਤ ਦੇ ਘਰਦਿਆਂ ਨਾਲ ਗੱਲਬਾਤ ਹੋਈ ਆ ਤੁਸੀਂ ਉਹ ਵੀ ਸੁਣੀ ਆ। ਘਰ ਦੇ ਹਾਲਾਤ ਵੀ ਦੇਖੇ ਆ। ਬੇਸ਼ੱਕ ਘਰ ਬਹੁਤ ਹੀ ਗਰੀਬੀ ਹਾਲਾਤਾਂ ਦੇ ਵਿੱਚ ਜੂਝ ਰਿਹਾ, ਪਰ ਉਸ ਦੇ ਬਾਵਜੂਦ ਜੋ ਕਾਰਜ ਮਨਕੀਰਤ ਨੇ ਵਿੱਢਿਆ ਹੋਇਆ ਉਸ ਦੇ ਵਿੱਚ ਕੋਈ ਰੁਕਾਵਟ ਨਹੀਂ ਪੈ ਰਹੀ। ਕੈਮਰਾਮੈਨ ਮੋਨੂ ਦੇ ਨਾਲ ਮੈਂ ਜਗਵੰਤ, ਜਗਬਾਣੀ ਟੀਵੀ, ਭਗਤਾ ਭਾਈ ਕਾ।